अस्सलाम वालेकुम रहमतुल्लाहि व बरकातहू। दोस्तों ਇਹ ਜਿਹੜਾ ਆਲੀਅੰਸ ਪੈਸੇਜ ਲਿਖਿਆ ਨਾ, ਇਹ ਫਰੈਂਕਫਰਟ ਦੇ ਵਿੱਚ ਇੱਕ ਜਗ੍ਹਾ ਹੈ ਹਾਊਪਟਵਾਖੇ। ਉਹਦੇ ਥੱਲੇ ਦੁਕਾਨਾਂ ਦਾ ਇੱਕ ਬਣਿਆ ਲੰਬੀ ਜੀ ਕੋਰੀਡੋਰ ਕਹਿ ਲਓ, ਜਿਹਦੇ ਵਿੱਚ ਦੁਕਾਨਾਂ ਉੱਤੇ ਸਾਰੀਆਂ ਨਾਲ ਟ੍ਰੇਨਾਂ ਪੂਰੀ ਫਰੈਂਕਫਰਟ ਨੂੰ ਜਿਹੜਾ ਆਪਸ 'ਚ ਮਿਲਾ ਰਹੀਆਂ ਨੇ। ਇਹ ਤੁਹਾਨੂੰ ਮੈਂ ਖਾਸ ਚੀਜ਼ ਦਿਖਾਉਣਾ ਚਾਹ ਰਿਹਾ ਸੀ, ਟੈਕਸਟਾਈਲ ਫਲੇਗੇ ਇਨ ਟਾਈਮ। ਇਹ ਸਾਡੇ ਇੱਕ ਪਾਕਿਸਤਾਨੀ ਦੋਸਤ ਨੇ ਜਿਨ੍ਹਾਂ ਨੂੰ ਮੈਂ ਕਾਫੀ ਸਾਲਾਂ ਤੋਂ ਜਾਣਦਾ, ਔਰ ਚੰਦ ਸਾਲ ਪਹਿਲੇ ਤੱਕ ਇਹ ਵੀ ਸਾਡੇ ਵਾਂਗਰ ਜਾਂ ਆਮ ਲੋਕਾਂ ਵਾਸਤੇ ਇੱਕ ਟੈਕਸੀ ਡਰਾਈਵਰ ਸਨ, ਜਾਂ ਜਿਹਨੂੰ ਕਹਿੰਦੇ ਨੇ ਮਜ਼ਦੂਰ ਟਾਈਪ ਦੇ। ਲੇਕਿਨ ਅੱਜ ਆਪਣੀ ਸਖਤ ਮਿਹਨਤ ਦੇ ਨਾਲ ਇਹਨਾਂ ਨੇ ਆਪਣੀਆਂ 2 ਇਸ ਤਰ੍ਹਾਂ ਦੀਆਂ ਦੁਕਾਨਾਂ ਬਣਾ ਲਈਆਂ ਨੇ, ਔਰ ਦੱਸ ਰਹੇ ਨੇ ਕਿ 3 ਟੈਕਸੀਆਂ ਨੇ। ਇਹ ਸਾਰੀ ਮਿਹਨਤ ਦਾ ਸਿਲਾ। ਅਗਰ ਇਨਸਾਨ ਮਿਹਨਤ ਕਰੇ ਤੇ ਉਹਨੂੰ ਸਾਰਾ ਕੁਝ ਮਿਲ ਸਕਦਾ ਹੈ। ਇਹ ਹਾਊਪਟਵਾਖੇ ਉਹ ਜਗ੍ਹਾ ਜਿੱਥੇ ਤੁਹਾਨੂੰ ਤਿਲ ਧਰਨ ਨੂੰ ਜਗ੍ਹਾ ਨਹੀਂ ਸੀ ਮਿਲਦੀ ਹੁੰਦੀ। ਦੁਪਹਿਰ ਨੂੰ ਆ ਜਾਓ, ਸ਼ਾਮ ਨੂੰ ਆ ਜਾਓ, ਇੰਨੀ ਖਲਕਤ, ਇੰਨੀ ਦੁਨੀਆ ਇੱਥੇ ਹੁੰਦੀ ਸੀ, ਕਿਉਂਕਿ ਇੱਥੇ ਇਹ ਜੰਕਸ਼ਨ ਹੈਗਾ ਨਾ ਟ੍ਰੇਨਾਂ ਦਾ। ਇੱਥੋਂ ਆ ਕੇ ਤੇ ਮੁਖਤਲਿਫ ਇਲਾਕਿਆਂ ਨੂੰ ਜਿਹੜੀਆਂ ਟ੍ਰੇਨਾਂ ਇੱਥੇ ਉਹਨਾਂ ਦਾ ਆ ਕੇ ਤੇ ਉਹਦੀ ਵਜ੍ਹਾ ਤੋਂ। ਲੇਕਿਨ ਹੁਣ ਇੱਥੇ ਦੇਖੋ, ਕਰੋਨਾ ਵਾਇਰਸ ਦੀ ਵਜ੍ਹਾ ਤੋਂ ਬਹੁਤ ਚੀਦਾ ਲੋਕ ਨਜ਼ਰ ਆ ਰਹੇ ਨੇ, ਔਰ ਉਹ ਵੀ ਜਿਹੜੇ ਆ ਰਹੇ ਨੇ ਉਹਨਾਂ 'ਚੋਂ ਅਕਸਰ ਬੇਸ਼ਤਰ ਇਹ ਵੇ ਕਿ ਉਹ ਆਪਣਾ ਮਾਸਕ ਪਾ ਕੇ ਫਿਰਨ, ਕਿਉਂਕਿ ਇੱਥੇ ਇਹਨਾਂ ਦਾ ਕਾਨੂੰਨ ਬਣਾਇਆ ਕਿ ਜਿੱਥੇ ਵੀ ਤੁਸੀਂ ਜਾਓ ਦੁਕਾਨਾਂ 'ਤੇ ਉਹ ਮਾਸਕ ਪਾ ਕੇ ਅੰਦਰ ਜਾਣਾ। ਬਾਹਰ ਤੁਸੀਂ ਅਗਰ ਮਾਰਕੀਟ 'ਚ ਨਹੀਂ ਵੀ ਪਾਇਆ, ਲੇਕਿਨ ਅੰਦਰ ਵੜਨ ਵਾਸਤੇ ਲਾਜ਼ਮੀ ਹੈ ਕਿ ਮਾਸਕ ਪਾਓ। ਹੁਣ ਤੁਹਾਨੂੰ ਇਹ ਦਿਖਾਉਣ ਦੇ ਬਾਅਦ ਇਹ ਹਾਊਪਟਵਾਖੇ ਦੇ ਥੱਲੇ ਦਾ ਨਜ਼ਾਰਾ ਇਹ ਦੇਖੋ। ਲੰਬੇ ਕੋਰੀਡੋਰ ਨੇ, ਔਰ ਥੱਲਿਓਂ ਲੋਕ ਟ੍ਰੇਨਾਂ 'ਚੋਂ ਨਿਕਲ ਕੇ ਬਾਹਰ ਉੱਤੇ ਆ ਰਹੇ ਨੇ। ਫਿਰ ਰਸਤਿਆਂ ਦੇ ਵਿੱਚ ਇਹਨਾਂ ਨੇ ਛੋਟੀਆਂ ਦੁਕਾਨਾਂ ਬਣਾਈਆਂ ਨੇ। ਇਹ ਦੇਖੋ, ਇਹ ਸਾਡੇ ਏਸ਼ੀਅਨ ਜਿਹੜੇ ਲੋਕ ਨੇ ਨਾ, ਤੁਰਕੀ ਜਾਂ ਸਾਡੇ, ਉਹਨਾਂ ਦਾ ਅਕਸਰ ਇਹ ਹੁੰਦਾ ਕਿ ਜਿਹੜੀਆਂ ਇਹੋ ਜਿਹੀ ਜਗ੍ਹਾ 'ਤੇ ਮੇਨ ਸਟੇਸ਼ਨ ਦੇ ਥੱਲੇ ਜਿੱਥੇ ਲੋਕਾਂ ਦਾ ਰਸ਼ ਹੁੰਦਾ, ਉੱਥੇ ਹਰ ਤਰ੍ਹਾਂ ਦੁਕਾਨਾਂ, ਤਾਜ਼ਾ ਫਰੂਟ, ਔਰ ਪਿੱਛੇ ਫਰੂਟ ਜਿਹੜਾ ਉਹ ਆਪਣਾ ਜੂਸ ਕੱਢ ਕੇ ਮਸ਼ੀਨ ਲਗਾਈ ਹੈ, ਇੱਧਰ ਉਹ ਫਰੂਟ ਤਿਆਰ ਕਰ ਰਿਹਾ, ਔਰ ਪਰਲੇ ਪਾਸੇ ਉਹਨੇ ਉਹ ਜੂਸ ਪੀਣ ਵਾਲੇ ਵੀ ਰੱਖੇ ਨੇ। ਇਹ ਇਸ ਟਾਈਮ ਤੁਹਾਨੂੰ ਸਿਰਫ ਇੱਕ ਗਾਹਕ ਨਜ਼ਰ ਆ ਰਿਹਾ, ਲੇਕਿਨ ਅਗਰ ਇਹ ਕਰੋਨਾ ਟਾਈਮ ਨਾ ਹੁੰਦਾ ਤਾਂ ਇੱਥੇ ਲੋਕ ਲਾਈਨਾਂ ਦੇ ਵਿੱਚ ਲੱਗ ਕੇ ਇੱਥੇ ਚੀਜ਼ਾਂ ਖਰੀਦਦੇ ਨੇ। ਇਹ ਤੁਸੀਂ ਹਰ ਜਗ੍ਹਾ 'ਤੇ ਜਿੱਥੇ ਵੀ ਚਲੇ ਜਾਓਗੇ ਯੂਰਪ ਦੇ ਵਿੱਚ, ਥੱਲੇ ਜਿੱਥੇ ਟ੍ਰੇਨਾਂ ਦਾ ਲੋਕ ਨਿਕਲ ਕੇ ਬਾਹਰ ਆਉਂਦੇ ਨੇ, ਇਸ ਤਰ੍ਹਾਂ ਦੀਆਂ ਦੁਕਾਨਾਂ ਤੁਹਾਨੂੰ ਅਕਸਰ ਮਿਲਣਗੀਆਂ। ਲਓ ਜੀ, ਇਹ ਦੁਕਾਨਾਂ 2.5 ਮਹੀਨੇ ਬੰਦ ਰਹਿਣ ਦੇ ਬਾਅਦ, ਕਰੋਨਾ ਵਾਇਰਸ ਤੋਂ ਬਾਅਦ ਇਹ ਦੁਬਾਰਾ ਖੁੱਲ੍ਹੀਆਂ ਨੇ, ਔਰ ਲੋਕ ਜਿਹੜੇ ਨੇ ਉੱਥੇ ਦੇਖੋ ਜੀ, ਇਹ ਆਪਣਾ 2.5 ਮਹੀਨੇ ਬੰਦ ਰਹਿਣ ਦੇ ਬਾਅਦ ਦੁਬਾਰਾ ਜਿਹੜੀਆਂ ਦੁਕਾਨਾਂ ਖੁੱਲ੍ਹ ਗਈਆਂ। ਫੌਗ ਜਾਂ ਐਫ ਜਿਹੜੀਆਂ ਟ੍ਰੇਨਾਂ ਦਾ ਸਾਰਾ ਦੇਖੋ ਜੀ, ਇਹ 2-2.5 ਮਹੀਨੇ ਦੇ ਬਾਅਦ ਇਹ ਦੁਨੀਆ ਜਾਂ ਜ਼ਿੰਦਗੀ ਦੁਬਾਰਾ ਇੱਥੇ ਚੱਲਦੀ ਨਜ਼ਰ ਆ ਰਹੀ ਹੈ। ਇਹ ਮੇਨ ਜਗ੍ਹਾ ਹੈ ਹਾਊਪਟਵਾਖੇ ਥੱਲੇ, ਜਿੱਥੇ ਲੋਕ ਉੱਤੋਂ ਇੱਥੇ ਥੱਲੇ ਉਤਰਦੇ ਨੇ, ਔਰ ਫਿਰ ਥੱਲੇ ਆ ਜਿਹੜੀਆਂ ਟ੍ਰੇਨਾਂ ਜਾਂ U-ਬਾਨ, S-ਬਾਨ ਮੁਖਤਲਿਫ ਸ਼ਹਿਰਾਂ ਨੂੰ ਫਿਰ ਇੱਥੋਂ ਤੁਹਾਨੂੰ ਮਿਲ ਸਕਦੀਆਂ ਨੇ ਜਾਣ ਵਾਸਤੇ ਨਾ। ਜਿਸ ਤਰ੍ਹਾਂ ਤੁਸੀਂ ਥੱਲੇ ਉੱਤੇ ਆਉਂਦੇ ਧੁੱਪ ਦੇ ਵਿੱਚ ਸਿਟੀ ਦਾ ਜਿਹੜਾ ਖੂਬਸੂਰਤ ਨਜ਼ਾਰਾ ਉਹ ਤੁਹਾਨੂੰ ਮਿਲਣਾ ਸ਼ੁਰੂ ਹੋ ਜਾਂਦਾ ਹੈ। ਔਰ ਇਸ ਸਾਈਡ 'ਤੇ ਇਹ ਜਿਹੜਾ ਸੇਂਟ ਕੈਥਰੀਨ ਚਰਚ ਹੈ, ਇਹ 1660 ਦੇ ਵਿੱਚ ਇਹਦੀ ਤਾਮੀਰ ਹੋਣੀ ਸ਼ੁਰੂ ਹੋਈ। ਫਿਰ ਇਹਨੂੰ 1940 'ਚ ਜੰਗੇ ਅਜ਼ੀਮ ਦੇ ਵਿੱਚ ਪੂਰਾ ਤਬਾਹ ਕਰਤਾ ਗਿਆ, ਔਰ ਫਿਰ ਇਹ ਦੁਬਾਰਾ ਜਿਹੜਾ ਇਹਨਾਂ ਨੇ ਇਹਨੂੰ ਇਸ ਹਾਲਤ 'ਚ ਤਾਮੀਰ ਕੀਤਾ। ਇਹ ਜਿਹੜੀ ਜਗ੍ਹਾ ਫਰੈਂਕਫਰਟ ਦੀ ਬੜੀ ਮਸ਼ਹੂਰ ਤਰੀਨ ਜਗ੍ਹਾ, ਇਸ ਸਾਈਡ ਨੂੰ ਸਾਰੀ ਸਾਈਲ ਉਹ ਸਾਹਮਣੇ ਲਿਖਿਆ ਵੀ ਹੈ ਗੈਲਰੀ, ਸਾਈਲ ਗੈਲਰੀ ਆ। ਇਹਦੇ ਉੱਤੇ ਉਹੜੇ ਤੁਹਾਨੂੰ ਨਜ਼ਰ ਆ ਰਹੇ ਨੇ ਝੰਡੇ ਜੇ, ਇਹਦੇ ਬਕਾਇਦਾ ਉੱਤੇ ਜਾਣ ਦਾ ਰਸਤਾ, ਉੱਤੇ ਜਾ ਕੇ ਲੋਕ ਇਹਦੇ ਉੱਤੇ ਬੈਠ ਕੇ ਕਾਫੇ, ਚਾਏ, ਆਈਸਕ੍ਰੀਮ, ਇਹ ਸਾਰਾ ਧੁੱਪ ਦੇ ਵਿੱਚ ਇੰਨਾ ਖੂਬਸੂਰਤ ਨਜ਼ਾਰਾ ਹੈ ਕਿ ਲੋਕ, ਲੇਕਿਨ ਉਸ ਤਰ੍ਹਾਂ ਨਹੀਂ ਹੈਗੇ ਜਿਸ ਤਰ੍ਹਾਂ ਪਹਿਲੇ ਹੁੰਦੇ ਸਨ। ਬਹੁਤ ਜ਼ਿਆਦਾ ਰਸ਼ ਹੁੰਦਾ ਸੀ, ਲੇਕਿਨ ਲੋਕ ਆਹਿਸਤਾ ਵਾਪਸ ਆ ਰਹੇ ਨੇ ਮਾਰਕੀਟ, ਕਿਉਂਕਿ ਤਾਜ਼ਾ ਇਹਨਾਂ ਨੇ ਇਜਾਜ਼ਤ ਦਿੱਤੀ ਇਹਨੂੰ ਖੋਲ੍ਹਣ ਦੀ ਮਾਰਕੀਟਾਂ ਨੂੰ ਪਿਛਲੇ। ਤੇ ਇਹ ਹੁਣ ਲੋਕ, ਇਹ ਦੇਖੋ ਤੁਸੀਂ ਇਸ ਪਾਸੇ ਵੱਡੀਆਂ ਬਿਲਡਿੰਗਾਂ, ਇਹ ਜਿਹੜੀ ਤੁਸੀਂ ਬਿਲਡਿੰਗ ਦੇਖ ਰਹੇ ਹੋ ਸਾਹਮਣੇ, ਕਾਮਰਸ ਬੈਂਕ ਦਾ ਨਿਸ਼ਾਨ ਬਣਿਆ ਉੱਤੇ। ਯੂਰਪ ਦੀ ਸਭ ਤੋਂ ਉੱਤੇ ਬਿਲਡਿੰਗ, ਉੱਚੀ ਬਿਲਡਿੰਗ, ਉਹ ਜਿਹੜਾ ਉੱਤੇ ਇਹਨਾਂ ਨੇ ਉਹਦਾ ਲੋਹੇ ਦਾ ਲਗਾ ਕੇ ਨਾ
ਪਿਲਰ ਜਿਹਾ ਜਾਂ ਉੱਤੇ ਸਿਗਨਲ ਲੈਣ ਵਾਸਤੇ, ਉਹ ਮਿਲਾ ਕੇ ਤੇ ਸਭ ਤੋਂ ਉੱਚੀ ਇਹ ਹੱਬ ਹੈਗਾ ਫਰੈਂਕਫਰਟ ਦਾ, ਜਿਹਦੇ ਵਿੱਚ ਉੱਚੀਆਂ ਬਿਲਡਿੰਗਾਂ, ਵੱਡੇ ਵੱਡੇ ਦਫ਼ਾਤਰ। ਖ਼ਾਸ ਤੌਰ 'ਤੇ ਅੱਜ ਸੂਰਜ ਦੇ ਨਾਲ ਇਹ ਜ਼ਿਆਦਾ ਚਮਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਇਹ ਪਰਲੀ ਸਾਈਡ ਜਿਹੜੀ ਇਹ ਸਾਰੀ ਸਾਇਲ ਬਾਜ਼ਾਰ ਦਾ ਨਾਮ ਹੈ। ਇਹਦੇ ਉੱਤੇ ਸਾਰੇ ਵੱਡੇ ਵੱਡੇ ਸਟੋਰ ਨੇ, ਤਕਰੀਬਨ 500 ਮੀਟਰ ਜਾਂ ਪੌਣਾ ਕਿਲੋਮੀਟਰ ਇਹਨੂੰ ਪੈਦਲ ਚੱਲੋ ਤੇ ਤੁਹਾਨੂੰ ਇਹਦੇ ਵਿੱਚ ਸਾਰੇ ਸਟੋਰ ਨਜ਼ਰ ਆਉਣਗੇ। ਇਹ ਫਿਰ ਉਹੀ ਚਰਚ ਦੇ ਅੰਦਰ ਦਾ ਵੀ ਨਜ਼ਾਰਾ ਤੁਹਾਨੂੰ ਦਿਖਾ ਦਈਏ। ਬੜਾ ਜ਼ਬਰਦਸਤ ਕਿਸਮ ਦਾ ਨਜ਼ਾਰਾ। ਅੰਦਰ ਇਬਾਦਤ ਵਾਸਤੇ ਅੱਜ ਕੱਲ੍ਹ ਲੋਕ ਨਹੀਂ ਹੈਗੇ, ਲੇਕਿਨ ਇਹ ਹੈ ਕਿ ਸਗੋਂ ਲਓ ਜੀ, ਇਹ ਮੈਂ diese Gebet gibt es wieder weiter? Schon lange. ਲਓ ਜੀ, ਇਹ ਦੇਖੋ ਤੁਸੀਂ ਕਿੰਨਾ ਜ਼ਬਰਦਸਤ ਕਿਸਮ ਦਾ ਮਾਡਰਨ ਕਰਤਾ ਇਹਨੂੰ। ਕੋਈ ਬੰਦਾ ਸੋਚ ਸਕਦਾ ਕਿ ਇਹਦਾ ਆਗਾਜ਼ 1660 'ਚ ਹੋਇਆ ਸੀ, ਲੇਕਿਨ ਬਾਅਦ 'ਚ ਜੰਗ ਅਜ਼ੀਮ ਦੇ ਬਾਅਦ ਫਿਰ ਉਹਨਾਂ ਨੇ ਇਹਨੂੰ ਮਾਡਰਨ ਬਣਾ ਦਿੱਤਾ। ਉਹ ਜਿਹੜਾ ਸਾਹਮਣੇ ਤੁਹਾਨੂੰ ਉੱਤੇ ਉਹ ਨਿਸ਼ਾਨ ਨਜ਼ਰ ਆ ਰਿਹਾ ਨਾ ਵੀ ਚਰਚ ਦੇ ਜਿਵੇਂ ਡੋਮ, ਇਹ ਵੀ ਮਸ਼ਹੂਰ ਹੈ ਐਸ਼ਰਹਾਈਮਰ ਟੋਰ ਦੇ ਨਾਮ ਤੋਂ। ਜੰਗ ਅਜ਼ੀਮ ਦੇ ਵਿੱਚ ਇੱਕ ਇਹ ਬਿਲਡਿੰਗ ਸੀ ਗਾਲਬਨ ਜਿਹੜੀ ਬਚ ਗਈ। ਔਰ ਇਹ ਜਿਹੜੇ ਤੁਹਾਨੂੰ ਨਜ਼ਰ ਆ ਰਿਹਾ ਸਾਹਮਣੇ ਰਕਸ਼ਾ ਇਨਸਾਨਾਂ ਵਾਲਾ, ਇਹਦਾ ਥੋੜ੍ਹਾ ਜਿਹਾ ਇੰਟਰਵਿਊ ਲੈਂਦੇ ਹਾਂ। ਲਓ ਜੀ, ਇਹਨਾਂ ਕੌਮਾਂ ਨੂੰ ਅਗਰ ਤੁਸੀਂ ਦੇਖੋ ਜਿਨ੍ਹਾਂ ਨੇ ਤਰੱਕੀ ਕੀਤੀ ਹੈ, ਔਰ ਇਹਨਾਂ ਬਿਲਡਿੰਗਾਂ ਨੂੰ ਦੇਖੋ, ਇਹਨਾਂ ਦੇ ਥੱਲੇ ਫਰਸ਼ ਦੇਖੋ ਜਿੱਥੇ ਪੈਦਲ ਚੱਲਣ ਵਾਲੇ ਰਸਤੇ, ਔਰ ਲੋਕਾਂ ਦੇ ਵਾਸਤੇ ਸਹੂਲਤ ਵਾਸਤੇ ਜਿਹੜਾ ਇਹਨਾਂ ਨੇ ਦਰਮਿਆਨ ਦੇ ਵਿੱਚ ਦਰਖਤ ਲਗਾ ਦਿੱਤੇ ਨੇ, ਇਹਨੂੰ ਗੌਰ ਨਾਲ ਦੇਖੋ ਤੇ ਪਤਾ ਲੱਗਦਾ ਹੈ ਕਿ ਇਹ ਕੌਮਾਂ ਇਮਾਨਦਾਰੀ ਔਰ ਮਿਹਨਤ ਦੇ ਨਾਲ ਜਦੋਂ ਟੈਕਸ ਦਾ ਪੈਸਾ ਗੌਰਮੈਂਟ ਨੂੰ ਮਿਲਦਾ ਤੇ ਉਹ ਲਗਾਉਂਦੇ ਨੇ ਆਵਾਮ ਦੇ ਬਹਿਬੂਦ ਵਾਸਤੇ, ਤੇ ਫਿਰ ਉਹਦਾ ਤੁਹਾਨੂੰ ਰਿਜ਼ਲਟ ਇਸ ਸ਼ਕਲ 'ਚ ਮਿਲਦਾ ਹੈ। ਜਰਮਨ ਕੌਮ ਇਸ ਟਾਈਮ ਦੁਨੀਆ ਦੇ ਵਿੱਚ ਸਭ ਤੋਂ ਟਾਪ 'ਤੇ ਵੇ ਇਨਫਰਾਸਟਰਕਚਰ ਦੇ ਲਿਹਾਜ਼ ਨਾਲ, ਔਰ ਬਾਕੀ ਆਪਣੇ ਸ਼ਹਿਰੀਆਂ ਨੂੰ ਸਹੂਲਤ ਦੇਣ ਦੇ ਲਿਹਾਜ਼ ਨਾਲ। ਪੂਰੀ ਦੁਨੀਆ 'ਚ ਕਰੋਨਾ ਟਾਈਮ ਦੇ ਵਿੱਚ ਇੱਕ ਚੀਜ਼ ਖੁੱਲ੍ਹ ਕੇ ਸਾਹਮਣੇ ਆ ਗਈ ਹੈ ਕਿ ਕਿਹੜੀ ਕੌਮ ਜਿਹੜੀ ਹੈ ਜਾਂ ਕਿਹੜੀ ਗੌਰਮੈਂਟ ਜਿਹੜੀ ਹੈ, ਉਹਨੇ ਆਪਣੀ ਆਵਾਮ ਵਾਸਤੇ ਸਭ ਤੋਂ ਜ਼ਿਆਦਾ ਬਿਹਤਰ ਇਕਦਾਮਾਤ ਕੀਤੇ ਨੇ ਔਰ ਆਪਣੀਆਂ ਫਰਮਾਂ ਨੂੰ ਬਚਾਉਣ ਵਾਸਤੇ। ਇਹ ਦੇਖੋ, ਇਹ ਸਾਈਲ ਦੇ ਉੱਤੇ ਚੱਲਦਿਆਂ ਮੈਂ ਤੁਹਾਨੂੰ ਨਾਲ ਸੈਰ ਕਰਵਾ ਰਿਹਾ ਵਾਂ ਕਿ ਜਿਹੜੇ ਲੋਕ ਦੂਸਰਿਆਂ ਮੁਲਕਾਂ 'ਚ ਮੁਕੀਮ ਨੇ, ਜਿਨ੍ਹਾਂ ਨੇ ਇਹਨਾਂ ਤਰੱਕੀ ਯਾਫਤਾ ਮਮਾਲਕ ਦੇ ਵਿੱਚ ਕਦੇ ਆਉਣ ਦਾ ਮੌਕਾ ਨਹੀਂ ਪਾਇਆ, ਉਹ ਇੱਥੇ ਅੰਦਾਜ਼ਾ ਲਗਾ ਲੈਣ ਕਿ ਕਰੋਨਾ ਟਾਈਮ, ਮੁਸ਼ਕਲ ਟਾਈਮ ਦੇ ਬਾਅਦ ਇਹ ਜਿਹੜੀਆਂ ਇਹਨਾਂ ਦੇ ਸਟੋਰ ਨੇ, ਇਹਨਾਂ ਦੀਆਂ ਜਿਹੜੀਆਂ ਮਾਰਕੀਟਾਂ ਨੇ, ਉਹ ਦੁਬਾਰਾ ਉਸੇ ਤਰ੍ਹਾਂ ਹੀ ਚੱਲ ਪਈਆਂ ਨੇ ਜਿਸ ਤਰ੍ਹਾਂ ਇਹ ਟਾਈਮ ਭੈੜੇ ਟਾਈਮ ਤੋਂ ਪਹਿਲਾਂ ਸਨ। ਔਰ ਇਹਨਾਂ ਗੌਰਮੈਂਟ ਨੇ ਇੱਕ ਛੋਟੇ ਜਿਹੜੇ ਸਟੋਰ ਸਨ, ਛੋਟੇ ਜਿਹੜੇ ਸਨ ਬਿਜ਼ਨਸ ਕਰਨ ਵਾਲੇ, ਉਹਨਾਂ ਨੇ ਮਤਲਬ ਇੱਕ ਬੰਦਾ ਜਿਨ੍ਹਾਂ ਨੇ ਕੰਮ 'ਤੇ ਰੱਖਿਆ ਸੀ, ਉਹਨਾਂ ਨੂੰ 10-10 ਹਜ਼ਾਰ ਯੂਰੋ ਦਿੱਤਾ ਸਿਰਫ ਅਪਲਾਈ ਕਰਨ 'ਤੇ ਕਿ ਸਾਡਾ ਕੰਮ ਨਾ ਖਰਾਬ ਹੋ ਗਿਆ, ਮਤਲਬ ਖਤਰਾ ਹੈ। ਇਹਨਾਂ ਆਖਿਆ ਪੈਸੇ ਫੜੋ, ਬਾਕੀ ਹਿਸਾਬ ਬਾਅਦ 'ਚ ਕਰਾਂਗੇ। ਇਹ ਮਾਈ ਸਾਈਲ ਗੈਲਰੀ ਬਹੁਤ ਵੱਡਾ ਸਟੋਰ ਹੈ। ਚੰਦ ਸਾਲ ਪਹਿਲਾਂ ਇਹਨਾਂ ਨੇ ਨਵਾਂ ਇਹਨੂੰ ਬਣਾਇਆ ਹੈ। ਬਾਹਰ ਦੇਖੋ ਤੁਸੀਂ, ਇਹ ਇੰਜੀਨੀਅਰਿੰਗ ਦਾ ਬੜਾ ਵੱਡਾ ਸ਼ਾਹਕਾਰ ਹੈ। ਇਹ ਸਾਰਾ ਸ਼ੀਸ਼ਾ ਲੱਗਾ, ਲੇਕਿਨ ਦਰਮਿਆਨ ਦੇ ਵਿੱਚੋਂ ਇੱਕ ਸੁਰਾਖ ਇਹਨਾਂ ਰੱਖਿਆ ਹੈ। ਇਹਦੇ ਵਿੱਚ ਹੁਣ ਜਾਣਾ ਟਾਈਮ ਨਹੀਂ ਹੈਗਾ, ਸਿਰਫ ਬਾਹਰੋਂ ਤੁਹਾਨੂੰ ਇਸ ਸਾਈਡ 'ਤੇ ਦੇਖੋ ਕਿ ਨਿਊਯਾਰਕ, ਫਿਰ ਅੱਗੇ ਇਹ ਸਭ ਉਹ ਸਟੋਰ ਨੇ ਜਿਹੜੇ ਮਸ਼ਹੂਰ ਮਾਰੂਫ ਸਟੋਰ ਨੇ। ਮੈਂ ਜਲਦੀ ਦੇ ਵਿੱਚ ਮੈਂ ਆਖਿਆ ਤੁਹਾਨੂੰ ਜ਼ਰਾ ਜਿਹੜੇ ਦੋਸਤ ਨਹੀਂ ਪਹੁੰਚ ਸਕਦੇ ਉਹਨਾਂ ਨੂੰ ਸੈਰ ਕਰਾ ਦਈਏ ਨਾਲ ਨਾ। ਸਾਡੇ ਮੁਲਕਾਂ ਦੀ ਬਦਕਿਸਮਤੀ ਇਹ ਵੇ ਕਿ ਅਸੀਂ ਹਜੇ ਤੱਕ ਉਹ ਮਜ਼ਹਬ ਨੂੰ ਲਤਾੜਨ ਰਹੇ ਹਾਂ ਕਿ ਪਿਆਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਇਹ ਫਰਮਾਇਆ, ਤੇ ਹੁਣ ਜਿਹੜਾ ਬੰਦਾ ਕੋਈ ਇਖਤਲਾਫ ਕਰਦਾ ਕਿਸੇ ਚੀਜ਼ ਦੇ ਉੱਤੇ, ਉਹ ਕ੍ਰਿਸਚੀਅਨ ਹੈ ਜਾਂ ਕੋਈ, ਉਹਨੂੰ ਜਨਾਬ ਅਸੀਂ ਰਗੜੋ। ਆਪਣੇ ਮੁਲਕ ਦੇ ਵਿੱਚ ਇਤਿਹਾਦ ਔਰ ਮੁਲਕੀ ਤਰੱਕੀ ਦੇ ਵਿੱਚ ਹਿੱਸਾ ਪਾਉਣ ਦੀ ਬਜਾਏ ਅਸੀਂ ਅਕਸਰ ਉਹ ਬੇਸ਼ਤਰ ਆਪਣੇ ਮੁਲਕਾਂ ਦੇ ਵਿੱਚ ਮਜ਼ਹਬ ਦੇ ਨਾਮ ਦੇ ਉੱਤੇ ਅਨਾਰਕੀ ਤੇ ਇੱਕ ਦੂਜੇ ਨਾਲ ਲੜਾਈ ਝਗੜੇ ਤੇ ਲੱਤਾਂ ਖਿੱਚਣੀਆਂ। ਉਹ ਕਿਉਂਕਿ ਜਿਹੜੇ ਕੰਮ ਕਰਦੇ ਨੇ ਉਹਨਾਂ ਦਾ ਤੇ ਕੰਮ ਬਣਿਆ ਰਹਿੰਦਾ, ਉਹਨਾਂ ਦੀ ਰੋਜ਼ੀ ਰੋਟੀ, ਉਹਨਾਂ ਨੂੰ ਪੈਸਾ, ਲੇਕਿਨ ਬਾਕੀ ਆਵਾਮ ਪਿਸਦੀ ਜਿਹੜੇ ਵਿਚਾਰੇ ਸ਼ਰੀਫ ਲੋਕ ਨੇ, ਜਿਹੜੇ ਚਾਹੁੰਦੇ ਨੇ ਕਿ ਸਾਡਾ ਮੁਲਕ ਵੀ ਐਂ ਤਰੱਕੀ ਕਰੇ ਕਿ ਜਿਹੜਾ ਮਾਲ, ਉਹ ਵਿਚਾਰੇ ਪਿਸਦੇ ਨੇ। ਕਿਉਂਕਿ ਜਿਹੜਾ ਮਜ਼ਹਬੀ, ਇਹ ਤੁਹਾਨੂੰ ਪਤਾ ਕਿ ਯੂਰਪ ਦੇ ਵਿੱਚ ਕਿਸੇ ਜ਼ਮਾਨੇ 'ਚ ਇੰਜੀ ਇੱਥੇ ਚਰਚ ਜਿਹੜਾ ਸੀ ਨਾ, ਉਹਦਾ ਬੜਾ ਅਮਲ ਦਖਲ ਹੁੰਦਾ ਸੀ ਗੌਰਮੈਂਟ ਦੇ ਵਿੱਚ। ਉਸ ਟਾਈਮ ਤੱਕ ਯੂਰਪ ਨੇ ਤਰੱਕੀ ਨਹੀਂ ਕੀਤੀ। ਕਿਉਂ?
ਵਜ੍ਹਾ ਇਹ ਸੀ ਕਿ ਉਹ ਹਮੇਸ਼ਾ ਵਿੱਚ ਆਪਣੇ ਕੀ ਕਹਿੰਦੇ ਨੇ ਲਾਉਂਦੇ ਸਨ ਆਪਣੀਆਂ ਟੁੰਝ ਲਾਣਾ ਜਾਂ ਕੀ, ਅਤੇ ਉਹਦੇ ਨਾਲ ਇਹ ਹੁੰਦਾ ਸੀ ਕਿ ਗੌਰਮੈਂਟ ਮੌਲਵੀਆਂ ਦੀ ਜਾਂ ਇਹਨਾਂ ਦੀ ਚਰਚ ਵਾਲਿਆਂ ਦੀ ਗੱਲ ਮੰਨ ਕੇ ਅਤੇ ਆਪਣੇ ਸਾਰੇ ਕੰਮ ਜਿਹੜੇ ਆਵਾਮ ਦੀ ਬਹਿਬੂਦ ਵਾਸਤੇ ਨਹੀਂ ਸਨ ਕਰ ਪਾਉਂਦੇ, ਉਹ ਚਰਚ ਲੈ ਜਾਂਦਾ ਸੀ ਆਪਣਾ ਹਿੱਸਾ ਪੈਸੇ ਦੀ ਉਹਨਾਂ ਦੇ। ਲੇਕਿਨ ਜਦੋਂ ਇਹਨਾਂ ਨੇ ਅਲੱਗਾ ਕਰਤਾ ਅਮਲ ਦਖਲ, ਸਿਰਫ ਇਹ ਵੀ ਕਿ ਸਿਰਫ ਆਵਾਮ ਦੀ ਬਹਿਬੂਦ ਵਾਸਤੇ ਜਿਹੜੇ ਸਿਆਸਤਦਾਨ ਨੇ ਕੰਮ ਕਰਨ, ਮਜ਼ਹਬ ਨਾਲ ਉਹਨਾਂ ਦਾ ਕੋਈ ਤਲਕ ਨਹੀਂ ਹੈਗਾ। ਜਿਸ ਤਰ੍ਹਾਂ ਕਿ ਸਾਡੇ ਮੁਲਕ 'ਚ ਹਰ ਦੂਸਰੇ ਦਿਨ ਤੀਸਰੇ ਦਿਨ ਟੀਵੀ ਐਂਕਰਸ ਬਹਾ ਲੈਂਦੇ ਨੇ ਮੌਲਵੀਆਂ ਨੂੰ, ਜਾਂ ਉਹਨਾਂ ਨੂੰ ਜਿੰਨਾ ਜਿਹਦਾ ਕਿਦਾ ਮੂੰਹ ਵੱਡਾ ਖੁੱਲ੍ਹਾ ਹੁੰਦਾ ਓਨਾ ਹੀ ਉਹਦੀ ਰੈਂਕਿੰਗ ਵੱਧਦੀ। ਔਰ ਉਹ ਜਿਹੜੀਆਂ ਕਮਿਊਨਿਟੀਜ਼ ਮੁਲਕ ਦੇ ਵਿੱਚ ਮਾੜੀਆਂ ਨੇ ਜਾਂ ਜਿਹੜੀਆਂ ਕੋਈ ਨਹੀਂ ਜਹਾਦੀ ਤਨਜ਼ੀਮਾਂ ਜਿਨ੍ਹਾਂ ਨੇ ਬਣਾਈਆਂ ਜਾਂ ਬੰਦੇ, ਉਹਨਾਂ ਦੇ ਦੁਆਲੇ ਹੋ ਕੇ ਤੇ ਆਪਣਾ ਬੋਝ ਕੱਢਦੇ ਨੇ। ਔਰ ਉਹਦੇ ਨਾਲ ਕੀ ਹੁੰਦਾ ਕਿ ਜਿਹੜੇ ਸਾਦਾ ਲੋਕ ਨੇ ਹੈ ਤੇ ਮੁਸਲਮਾਨ ਨੇ, ਉਹਨਾਂ ਦੇ ਜਜ਼ਬਾਤ ਅੰਗੇਜ਼ ਕਰਕੇ ਉਹਨਾਂ ਕੋਲੋਂ ਪੁੱਠੇ ਕੰਮ ਕਰਵਾਉਣਗੇ। ਉਹਦੇ ਨਾਲ ਮੁਲਕ ਦੇ ਵਿੱਚ ਮੁਲਕ ਦਾ ਬਦਨਾਮ ਹੋਏਗਾ, ਪੂਰੀ ਦੁਨੀਆ ਦੇ ਵਿੱਚ ਨਾਮ। ਬਹਰਹਾਲ ਇਹ ਦੇਖੋ ਤੁਸੀਂ ਨਾਲ ਮੈਂ ਤੁਹਾਨੂੰ ਸਾहिल ਦੇ ਇਹ ਸਾਰਾ ਜਿਹੜਾ ਤੁਸੀਂ ਦਰਮਿਆਨ 'ਚ ਦੇਖ ਰਹੇ ਸਾਰੇ, ਇੱਥੇ ਬੇਸਿਕਲੀ ਕੰਮ ਹੋ ਰਿਹਾ। ਇੱਥੇ ਵੀ ਹੁਣ ਕੋਈ ਨਵੀਂ ਚੀਜ਼ ਇਹਨਾਂ ਨੇ ਪੁਰਾਣੀ ਦੁਕਾਨ ਹਟਾ ਕੇ, ਔਰ ਇੱਥੇ ਦੇਖੋ ਕਿਆ ਜ਼ਬਰਦਸਤ ਤਰੀਕੇ ਨਾਲ ਜਿਹੜੀਆਂ ਸਾਈਡਾਂ 'ਤੇ ਉਹਨਾਂ ਨੇ ਮੈਟਾਲ ਲਾ ਕੇ ਤੇ ਰੋਕਿਆ ਤਾਂ ਕਿ ਕੋਈ ਦਰਮਿਆਨ 'ਚ ਨਵਾਂ ਬਣਾਉਣਗੇ। ਇਹ ਇੱਥੇ ਤੱਕ ਮੈਂ ਤੁਹਾਨੂੰ ਰਸਤਾ ਦਿਖਾਤਾ। ਅੱਗੇ ਇਹ ਸਾहिल ਚੱਲ ਰਹੀ ਹਜੇ, ਇਹ ਆ ਗਿਆ ਕਨਸਟੇਬਲਰ ਵਾਖੇ, ਮੈਕਡੋਨਲਡ, ਉਹਦੇ ਅੱਗੇ ਫਿਰ C&A ਵੇ ਪਰਲੇ ਪਾਸੇ ਸੜਕ ਕਰਾਸ ਕਰਕੇ। ਇਹ ਇੱਥੇ ਇੱਕ ਛੋਟੀ ਜਿਹੀ ਜਗ੍ਹਾ ਉੱਤੇ ਜਿੱਥੇ ਉਹ ਮਾਰਕੀਟ ਬਣਦੀ, ਉੱਥੇ ਤੁਹਾਨੂੰ ਥੋੜ੍ਹਾ ਜਿਹਾ ਇਹ ਜਨਾਬ ਜਿਹੜੇ ਲੋਕ ਅੱਜ ਤੱਕ ਜਰਮਨੀ ਨਹੀਂ ਆ ਸਕੇ, ਮੈਂ ਦੇਖਿਆ ਉਹਨਾਂ ਸਾਰਿਆਂ ਨੂੰ ਮੈਂ ਇਹ ਸਾਰਾ ਬਾਜ਼ਾਰ ਜਿਹੜਾ ਸਾहिल ਦਾ ਮਸ਼ਹੂਰ ਤਰੀਨ ਪੂਰੇ ਜਰਮਨੀ 'ਚ ਮਸ਼ਹੂਰ ਹੈ। ਫਰੈਂਕਫਰਟ ਦਾ ਤਾਂ ਹੈ ਹੀ ਹੈ, ਜਰਮਨੀ 'ਚੋਂ ਲੋਕ ਦੂਰੋਂ ਆਉਂਦੇ ਨੇ, ਔਰ ਅਕਸਰ ਜਿਹੜੇ ਬਾਹਰੋਂ ਲੋਕ ਟੂਰਿਸਟ ਉਹ ਵੀ ਇੱਥੇ ਆਉਣ ਫਿਰਨ ਵਾਸਤੇ ਆਉਂਦੇ ਨੇ। ਇਹ ਪੁਲਿਸ ਵਾਲੇ ਦੇਖੋ ਕੁਝ ਚੈੱਕ ਕਰ ਰਹੇ ਨੇ। ਇਹ ਦੇਖੋ ਬਿਲਕੁਲ ਕਨਸਟੇਬਲਰ ਵਾਖੇ ਦੇ ਉੱਤੇ ਜਿਹੜੀ ਉੱਤੇ ਨਾ ਉੱਚਾ ਜਿਹਨੂੰ ਕਹਿੰਦੇ ਨੇ ਥੜਾ ਇਹਨਾਂ ਬਣਾਇਆ। ਹਰ ਜੁਮੇਰਾਤ ਨੂੰ ਇੱਥੇ ਜ਼ਬਰਦਸਤ ਕਿਸਮ ਦੀ ਮਾਰਕੀਟ ਲੱਗਦੀ ਹੈ। ਜਿਹੜੇ ਮੁਖਤਲਿਫ ਲੋਕ ਜਿਹੜੇ ਨੇ ਪ੍ਰਾਈਵੇਟ, ਜਿਹੜੇ ਜਿਨ੍ਹਾਂ ਦੇ ਆਪਣੇ ਗਾਰਡਨ ਨੇ, ਉੱਥੋਂ ਲਿਆ ਕੇ ਸਮਾਨ, ਜਾਂ ਜਿਹੜੇ ਕਿਸਾਨ ਨੇ ਜਾਂ ਡਿਫਰੈਂਟ ਚੀਜ਼ਾਂ ਜਿਹੜੀਆਂ ਹੱਥ ਦੀਆਂ ਹਾਊਸਮੇਡ ਚੀਜ਼ਾਂ ਨੇ, ਉਹ ਲਿਆ ਕੇ ਇੱਥੇ ਵੇਚਦੇ ਨੇ। ਔਰ ਕਾਫੀ ਇਹ ਉਹਨਾਂ ਨੇ ਦੁਬਾਰਾ ਰੌਣਕ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਕਿ ਲੋਕ ਜਿਹੜੇ ਨੇ, ਦੇਖੋ ਇੱਕ ਦੁਕਾਨ ਤੁਸੀਂ ਥੱਲੇ ਦੇਖੀ, ਇਹ ਹੁਣ ਇੱਕ ਦੁਕਾਨ ਤੁਸੀਂ ਉੱਤੇ ਦੇਖੋ ਕਿਸ ਤਰ੍ਹਾਂ ਤਾਜ਼ਾ ਸਬਜ਼ੀਆਂ ਜਿਹੜੀਆਂ ਨੇ ਵੇਚ ਰਹੀਆਂ। ਦੁਨੀਆ ਦਾ ਨਕਸ਼ਾ ਚੇਂਜ ਹੋ ਗਿਆ, ਕਿਸ ਤਰ੍ਹਾਂ ਲੋਕ ਜਿਹੜੇ ਨੇ ਇੱਥੇ ਆਪਣੇ ਮਾਸਕ ਪਾ ਕੇ ਆਪਣੀ ਜ਼ਿੰਦਗੀ ਦੇ ਉੱਤੇ ਸਾਰਾ ਚੱਲ ਸਚੂ। ਇੱਧਰ ਦੇਖੋ ਤੁਸੀਂ ਫੁੱਲ ਵੇਖ ਰਹੇ ਨੇ, ਇਸ ਪਾਸੇ ਹਰ ਚੀਜ਼ ਤੁਹਾਨੂੰ ਲੋ ਜੀ। ਇੱਕ ਤੁਹਾਨੂੰ ਸਟਾਰਟ ਕੀਤਾ ਸੀ ਹਾਊਪਟ ਵਾਖੇ ਤੋਂ, ਉੱਥੇ ਟ੍ਰੇਨਾਂ ਦਾ ਜਿਹੜਾ ਜੰਕਸ਼ਨ ਸੀ। ਇਹ ਵੇ ਕਨਸਟੇਬਲਰ ਵਾਖੇ ਤੇ ਸਾहिल ਪੂਰਾ ਤੁਸੀਂ ਪੈਦਲ ਚੱਲ ਕੇ ਤਕਰੀਬਨ ਅੱਧਾ ਕਿਲੋਮੀਟਰ ਦਾ ਫਾਸਲਾ, ਉਹ ਜਦੋਂ ਤੁਸੀਂ ਆ ਜਾਂਦੇ ਜੇ ਫਿਰ ਇੱਥੇ ਆ ਕੇ ਤੁਹਾਨੂੰ ਉਹੀ ਟ੍ਰੇਨਾਂ ਦਾ ਅਗਲਾ ਸਟਾਪ, ਯਾਨੀ ਇੱਕ ਸਟਾਪ ਉੱਥੇ ਜੰਕਸ਼ਨ ਬਣਦਾ। ਇਹ ਇੱਕ ਕਨਸਟੇਬਲਰ ਵਾਖੇ ਵੇ, ਉਹ ਵੀ ਕਾਫੀ ਵੱਡਾ ਹੈ ਔਰ ਆ ਵੀ ਕਾਫੀ ਵੱਡਾ ਹੈ। ਇੱਥੇ ਵੀ ਉਹ ਦੇਖੋ ਤੁਸੀਂ ਉਸ ਤਰ੍ਹਾਂ ਹੀ ਦੁਕਾਨਾਂ ਜਿਵੇਂ ਉੱਥੇ ਤੁਹਾਨੂੰ ਦਿਖਾਈ ਸੀ, ਹਰ ਨੁੱਕਰ ਦੇ ਉੱਤੇ ਜਿੱਥੇ ਲੋਕੀ ਟ੍ਰੇਨਾਂ 'ਚ ਨਿਕਲਦੇ ਨੇ, ਇਹ ਤੁਹਾਨੂੰ ਤਾਜ਼ਾ ਫਰੂਟ ਦੀਆਂ ਦੁਕਾਨਾਂ। ਔਰ ਇਹ ਥੱਲੇ ਰਸਤਾ ਜਾ ਰਿਹਾ ਹੈ S-ਬਾਨ, ਉਹ ਜਿਹੜੀਆਂ ਮੁਖਤਲਿਫ ਸ਼ਹਿਰਾਂ ਨੂੰ ਜਾਂਦੀਆਂ ਨੇ। ਇੱਕ ਅੰਡਰਗਰਾਊਂਡ ਯੂਥ ਅੰਡਰਗਰਾਊਂਡ ਟ੍ਰੇਨਾਂ ਹੈ, ਕਾਫੀ ਡੀਪ ਥੱਲੇ ਤੁਸੀਂ ਜਾ ਕੇ ਤੇ ਫਿਰ ਤੁਸੀਂ ਆਪਣਾ ਚਲੋ ਤੁਹਾਨੂੰ ਥੱਲੇ ਵੀ ਜ਼ਰਾ ਜਾ ਕੇ ਨਜ਼ਾਰਾ ਕਰਾ ਦਿੰਦੇ ਇੱਕ ਦਫਾ। ਫਰੈਂਕਫਰਟ ਦੇ ਮੁਖਤਲਿਫ ਇਲਾਕਿਆਂ ਦੇ ਵਿੱਚ ਇਸ ਤਰ੍ਹਾਂ ਹੀ ਬਾਅਦ ਜਗ੍ਹਾ 'ਤੇ ਸਟੇਸ਼ਨ ਜਿਹੜੇ ਨੇ ਅੰਡਰਗਰਾਊਂਡ ਨੇ, ਜਿੱਥੇ ਤੁਸੀਂ ਇਸ ਤਰ੍ਹਾਂ ਬਿਲਕੁਲ ਥੱਲੇ ਚਲੇ ਜਾਂਦੇ। ਇੱਕ ਪਾਸੇ ਹੈ ਹੁਣ ਟ੍ਰੈਨ S-ਬਾਨ S5 ਜਿਹੜੀ ਆ ਰਹੀ ਹੈ, ਲਿਖਿਆ 5 ਮਿੰਟ ਦੇ ਵਿੱਚ ਫਰੈਂਕਫਰਟ ਸਿਊਡ ਵੱਲ ਸਾਈਡ 'ਤੇ ਸਾਊਥ ਵੱਲ ਜਾਏਗੀ। ਤੇ ਇਸ ਪਾਸੇ ਜਿਹੜਾ ਦੇਖੋ ਤੁਸੀਂ ਐਂਕਹਾਈਮ 1 ਮਿੰਟ 'ਤੇ ਆਏਗੀ U7, ਬਾਕੀ ਦੂਸਰੀਆਂ ਇਸ ਤਰ੍ਹਾਂ ਹੀ। ਇਹ ਸਿਸਟਮ ਪੂਰੀ ਦੁਨੀਆ 'ਚ ਚੱਲਦਾ, ਲੇਕਿਨ ਕਰੋਨਾ ਸਾਈਡ ਦੇ ਬਾਅਦ ਜਿਹੜਾ ਦੁਬਾਰਾ ਲੋਕਾਂ ਨੇ ਨਜ਼ਰ ਇਹ ਸਾਰਾ ਦੇਖੋ ਦੁਬਾਰਾ ਵਾਪਸ ਉਸੇ ਸਾਈਡ ਨੂੰ ਨਿਕਲ ਕੇ ਵਾਪਸ ਹੋਰ ਜਗ੍ਹਾ ਤੋਂ ਦਿਖਾਉਂਦੇ। ਲੋ ਜੀ ਸਾहिल ਦੀ ਸੈਰ ਮੁਕੰਮਲ ਹੋ ਗਈ, ਵਾਪਸ ਉਹਨਾਂ ਬਿਲਡਿੰਗਾਂ ਵੱਲ ਰਵਾਨਗੀ ਜਿੱਥੇ ਆਪਣਾ ਤੁਹਾਨੂੰ ਹੁਣ ਅੱਗੇ ਲੈ ਕੇ ਚੱਲਾਂਗੇ। ਜਿਹੜਾ ਦਰਿਆ ਗੁਜ਼ਰਦਾ ਫਰੈਂਕਫਰਟ ਦੇ ਵਿੱਚੋਂ, ਉਹਦਾ ਵੀ ਨਜ਼ਾਰਾ ਕਰਾ ਦਈਏ। ਲੋਕੀ ਕਿਸ ਤਰ੍ਹਾਂ ਲਾਈਨ ਬਣਾ ਕੇ ਬਾਹਰ ਖੜੇ ਨੇ, ਜਿਨ੍ਹਾਂ ਨੇ ਹਾਰਨ ਡੈਮ ਦੇ ਵਿੱਚ ਜਾਣਾ। ਅਗਲੇ ਗਾਹਕ ਕੱਟਣਗੇ ਤਾਂ ਫਿਰ ਦੇਖੋ ਤੁਸੀਂ ਬਹੁਤ ਜ਼ਿਆਦਾ ਕਾਮਯਾਬ ਚੱਲ ਰਹੇ ਨੇ ਜਿਹੜੇ ਸਕੂਟਰ ਨੇ ਇਲੈਕਟ੍ਰਿਕ।
ਇਹਦੇ 'ਚ ਬੰਦਾ ਐਪ ਦੇ ਜ਼ਰੀਏ ਵਿੱਚ ਥੋੜ੍ਹੇ ਜਿਹੇ ਪੈਸੇ ਪਾਉਂਦੇ ਨੇ ਔਰ ਫਿਰ ਇਹ ਲੈ ਕੇ ਜਿੱਧਰ ਮਰਜ਼ੀ ਫਿਰਦੇ ਰਹੋ। ਲਓ ਜੀ, ਇਹ ਕੰਪਲੀਟ ਹੋ ਗਿਆ ਜੀ ਸਾਡਾ ਰਾਊਂਡ। ਇਹ ਵੀ ਇੱਕ ਹਾਊਟ ਵਾਕ ਤੇ ਵਾਪਸ ਪਹੁੰਚ ਗਏ ਤੇ ਇਨਸ਼ਾਅੱਲਾ ਬਾਕੀ ਤੁਹਾਨੂੰ ਹੁਣ ਜਾ ਕੇ ਕੁਝ ਦਰਿਆ ਦੇ ਨਜ਼ਾਰੇ ਦਿਖਾਉਂਦੇ ਆ। ਇਹ ਜਰਮਨੀ ਦੀ ਪੁਲਿਸ ਦੀਆਂ ਗੱਡੀਆਂ ਖੜੀਆਂ ਨੇ ਜਿਹੜੀਆਂ ਆਪਣਾ ਸਿਰਫ ਇਸ ਵਾਸਤੇ ਕਿ ਲੋਕ ਜਿਹੜੇ ਨੇ ਆਪਣਾ ਕੰਟਰੋਲ ਜਿਹੜੀ ਇਹਨਾਂ ਨੇ ਕਾਨੂੰਨ ਬਣਾਇਆ ਹੈ ਕਿ ਦੁਕਾਨਾਂ ਦੇ ਵਿੱਚ ਜਾਣ, ਮਾਸਕ ਪਾ ਕੇ ਜਾਣ ਤਾਂ ਕਿ ਉਹਨਾਂ ਦੀ ਹਿਫਾਜ਼ਤ ਰਵੇ, ਉਹਦੇ ਕੰਟਰੋਲ ਵਾਸਤੇ। ਔਰ ਬਾਕੀ ਦੁਬਾਰਾ ਕਿਉਂਕਿ ਮਾਰਕੀਟਾਂ ਖੁੱਲੀਆਂ ਨੇ ਕਾਫੀ 2-2.5 ਮਹੀਨੇ ਬਾਅਦ, ਉਹਨੂੰ ਦੇਖਣ ਵਾਸਤੇ। ਜਿਨ੍ਹਾਂ ਨੂੰ ਵੀਡੀਓ ਪਸੰਦ ਆਏ, ਅੱਛੀ ਲੱਗੇ, ਉਹ ਜ਼ਰੂਰ ਆਪਣੇ ਕਮੈਂਟਸ ਦਾ ਇਜ਼ਹਾਰ ਕਰ ਦੇਣ, ਅਤੇ ਜਿਨ੍ਹਾਂ ਨੂੰ ਨਹੀਂ ਪਸੰਦ ਆਏ ਉਹ ਆਪਣਾ ਰਹਿਣ ਦੇਣ।